ਭਾਰਤੀ ਸੰਸਕ੍ਰਿਤੀ ਵਿਸ਼ਵ ਦੀ ਪ੍ਰਾਚੀਨ ਤੇ ਮਹਾਨ ਸੰਸਕ੍ਰਿਤੀ ਵਿੱਚੋਂ ਇੱਕ ਹੈ। ਸਾਡੀ ਵੈਦਿਕ ਰਚਨਾ ਦੇ ਆਧਾਰ 'ਤੇ ਅਸੀਂ ਭਾਰਤੀ ਆਪਣੀ ਪ੍ਰਾਚੀਨ ਇਤਿਹਾਸ ਨੂੰ ਬੜੀ ਗਰਵਤਾ ਨਾਲ ਵਿਸ਼ਵ ਦੇ ਸਾਹਮਣੇ ਪ੍ਰਦਰਸ਼ਿਤ ਕਰਦੇ ਹਾਂ। ਪਰ ਸਾਡੀ ਵੈਦਿਕ ਸੰਸਕ੍ਰਿਤੀ ਤੋਂ ਪਹਿਲਾਂ ਸਾਡੀ ਭਾਰਤ ਭੂਮੀ 'ਤੇ ਇੱਕ ਵਿਕਸਿਤ ਸੱਭਿਅਤਾ ਵਾਸ ਕਰਦੀ ਸੀ, ਜੋ ਆਪਣੇ ਸਮੇਂ ਕਾਲ ਵਿੱਚ ਵਿਸ਼ਵ ਦੀ ਸਭ ਤੋਂ ਪ੍ਰਸਿੱਧ ਤੇ ਵਿਸਤ੍ਰਿਤ ਸੱਭਿਅਤਾ ਸੀ। ਵਿਸ਼ਵ ਦੀਆਂ ਸਾਰੀਆਂ ਸੱਭਿਅਤਾਵਾਂ ਨਦੀਆਂ ਦੇ ਕਿਨਾਰੇ ਫਲੀਆਂ ਫੁੱਲੀਆਂ ਤੇ ਵਿਕਸਿਤ ਹੋਈਆਂ। ਜਿਵੇਂ ਕਿ ਮਿਸਰ ਦੀ ਸੱਭਿਅਤਾ ਨੀਲ ਨਦੀ ਦੇ ਕਿਨਾਰੇ ਪਾਈ ਗਈ, ਚੀਨ ਦੀ ਸੱਭਿਅਤਾ ਯੈਲੋ ਨਦੀ ਦੇ ਕਿਨਾਰੇ ਪਾਈ ਗਈ, ਉਵੇਂ ਹੀ ਭਾਰਤ ਦੀ ਸੱਭਿਅਤਾ ਸਿੰਧੂ ਨਦੀ ਦੇ ਕਿਨਾਰੇ ਪਾਈ ਗਈ। ਇਸ ਲਈ ਇਸ ਨੂੰ ਸਿੰਧੂ ਘਾਟੀ ਦੀ ਸੱਭਿਅਤਾ ਕਿਹਾ ਜਾਂਦਾ ਹੈ। ਚਲੋ ਅਸੀਂ ਜਾਣਦੇ ਹਾਂ 5000 ਸਾਲ ਪੁਰਾਣੀ ਸਾਡੀ ਇਸ ਸੱਭਿਅਤਾ ਬਾਰੇ। ਜਾਣਦੇ ਹਾਂ ਕੁਝ ਰੌਚਕ ਤੱਤ ਜੋ ਇਸ ਨੂੰ ਦੁਨੀਆ ਦੀ ਸਭ ਤੋਂ ਉੱਨਤ ਸੱਭਿਅਤਾ ਦਾ ਦਰਜਾ ਦਿੰਦੇ ਹਨ। ਸਿੰਧ ਘਾਟੀ ਸੱਭਿਅਤਾ 3300 ਤੋਂ 2600 ਈਸਵੀ ਪੂਰਵ ਵਿਸ਼ਵ ਦੀਆਂ ਪ੍ਰਾਚੀਨ ਨਦੀ ਘਾਟੀਆਂ ਵਿੱਚੋਂ ਪ੍ਰਮੁੱਖ ਹੈ। ਇਹ ਹੜੱਪਾ ਸੱਭਿਅਤਾ ਅਤੇ ਸਿੰਧੂ ਸਰਸਵਤੀ ਸੱਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ। ਇਸ ਦਾ ਵਿਕਾਸ ਸਿੰਧ ਅਤੇ ਘੱਗਰ ਦੇ ਵਿਚਕਾਰ ਹੋਇਆ। ਰਾਖੀਗੜ੍ਹੀ, ਧੌਲਾਵੀਰਾ, ਮੋਹਨਜੋਦੜੋ, ਕਾਲੀਬੰਗਾ, ਲੋਥਲ, ਹੜੱਪਾ ਆਦਿ ਇਸ ਦੇ ਪ੍ਰਮੁੱਖ ਕੇਂਦਰ ਹਨ। ਇਹ ਹੜੱਪਾ ਸੱਭਿਅਤਾ ਦੇ ਨਾਮ ਨਾਲ ਇਸ ਕਰਕੇ ਜਾਣੀ ਜਾਂਦੀ ਹੈ ਕਿਉਂਕਿ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਮ ਦੇ ਨਗਰ ਵਿੱਚ ਮਿਲੇ ਸਨ। ਇਹ ਹਿੰਦ ਉਪ ਮਹਾਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਸੀ। ਇਸ ਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਪ੍ਰਾਚੀਨ ਸਰਸਵਤੀ ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ ਯਮੁਨਾ ਦੁਆਬ ਦੀਆਂ ਉੱਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਸ ਦਾ ਖੇਤਰਫਲ ਲਗਭਗ 12,60,000 ਵਰਗ ਕਿਲੋਮੀਟਰ ਬਣਦਾ ਹੈ। ਬ੍ਰਿਟਿਸ਼ ਕਾਲ ਵਿੱਚ ਹੋਈਆਂ ਖੁਦਾਈਆਂ ਦੇ ਆਧਾਰ 'ਤੇ ਪੁਰਾਤੱਤਵ ਖੋਜੀ ਅਤੇ ਇਤਿਹਾਸਕਾਰਾਂ ਦਾ ਅਨੁਮਾਨ ਹੈ ਕਿ ਇਹ ਅਤਿਅੰਤ ਹੀ ਵਿਕਸਿਤ ਸੱਭਿਅਤਾ ਹੈ। ਚਾਰਲਸ ਮੈਸੇਨ ਨੇ ਪਹਿਲੀ ਵਾਰ ਇਸ ਪੁਰਾਣੀ ਸੱਭਿਅਤਾ ਨੂੰ ਖੋਜਿਆ। ਉਹਨਾਂ ਨੇ ਹੜੱਪਾ ਖੇਤਰ ਵਿੱਚ ਜ਼ਮੀਨ ਵਿੱਚ ਦੱਬੇ ਪੁਰਾਤਨ ਅਵਸ਼ੇਸ਼ਾਂ ਦਾ ਨਿਰੀਖਣ ਕੀਤਾ ਅਤੇ 1842 ਈਸਵੀ ਵਿੱਚ ਲੇਖ ਲਿਖ ਕੇ ਸਭ ਤੋਂ ਪਹਿਲਾਂ ਦੁਨੀਆ ਦੇ ਸਾਹਮਣੇ ਇਸ ਗੱਲ ਨੂੰ ਪ੍ਰਦਰਸ਼ਿਤ ਕੀਤਾ। ਉਸ ਤੋਂ ਬਾਅਦ 1853 ਤੋਂ 1856 ਦੇ ਵਿਚਕਾਰ ਕਰਾਚੀ ਅਤੇ ਲਾਹੌਰ ਦੇ ਦਰਮਿਆਨ ਜਦੋਂ ਰੇਲਵੇ ਲਾਈਨ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ ਤਾਂ ਉਦੋਂ ਰੇਲਵੇ ਇੰਜੀਨੀਅਰ ਜਿਨ੍ਹਾਂ ਦਾ ਨਾਂ ਜੇਮਜ਼ ਤੇ ਵਿਲੀਅਮ ਬਰਟਨ ਸੀ, ਉਹਨਾਂ ਨੂੰ ਹੜੱਪਾ 'ਚ ਮਜ਼ਬੂਤ ਇੱਟਾਂ ਦਾ ਪਤਾ ਲੱਗਿਆ। ਅਤੀ ਪ੍ਰਾਚੀਨ ਖੰਡਰਾਂ ਦੇ ਅਵਸ਼ੇਸ਼ ਦੇ ਰੂਪ ਵਿੱਚ ਪ੍ਰਾਪਤ ਇਹਨਾਂ ਇੱਟਾਂ ਦਾ ਇਸਤੇਮਾਲ ਉਹਨਾਂ ਨੇ ਰੇਲਵੇ ਦੀਆਂ ਪਟੜੀਆਂ ਦੇ ਨਿਰਮਾਣ ਕਾਰਜ ਵਿੱਚ ਕੀਤਾ। ਅਲੈਗਜ਼ੈਂਡਰ ਕੁਨਿੰਘਮ ਨੇ ਹੜੱਪਾ ਦਾ ਨਿਰੀਖਣ ਕਰਕੇ ਮਾਨਚਿੱਤਰ ਬਣਾਇਆ। ਇਹਨਾਂ ਨੇ 1861 ਈਸਵੀ ਵਿੱਚ ਭਾਰਤੀ ਪੁਰਾਤੱਤਵ ਵਿਭਾਗ ਦੀ ਸਥਾਪਨਾ ਕੀਤੀ। 1921 ਈਸਵੀ ਵਿੱਚ ਇਸੇ ਹੀ ਪੁਰਾਤੱਤਵ ਵਿਭਾਗ ਦੇ ਪ੍ਰਮੁੱਖ ਸਰ ਜੌਨ ਮਾਰਸ਼ਲ ਨੇ ਪਹਿਲੀ ਵਾਰ ਹੜੱਪਾ ਦਾ ਅਧਿਕਾਰਿਕ ਤੌਰ 'ਤੇ ਕਾਰਜ ਸ਼ੁਰੂ ਕੀਤਾ। ਭਾਰਤੀ ਸ਼ੋਧਕਰਤਾ ਦਇਆਰਾਮ ਸਾਨੀ ਨੇ 1921 ਵਿੱਚ ਹੜੱਪਾ ਦਾ ਕੰਮ ਸ਼ੁਰੂ ਕਰਵਾਇਆ ਅਤੇ ਸੰਨ 1922 ਵਿੱਚ ਰਾਖਲਦਾਸ ਬੈਨਰਜੀ ਨੇ ਸਿੰਧ ਪ੍ਰਾਂਤ ਦੇ ਮੋਹਿੰਜੋਦੜੋ ਵਿੱਚ ਖੁਦਾਈ ਦਾ ਕੰਮ ਸ਼ੁਰੂ ਕਰਵਾਇਆ ਅਤੇ ਦੁਨੀਆ ਦੇ ਸਾਹਮਣੇ ਹੜੱਪਾ ਦੇ ਰੂਪ ਵਿੱਚ ਪਹਿਲੀ ਵਾਰ ਸਿੰਧੂ ਸੱਭਿਅਤਾ ਦਾ ਰੂਪ ਉਜਾਗਰ ਹੋਇਆ। ਇਸ ਲਈ ਅੱਜ ਇਸ ਪੂਰੀ ਸੱਭਿਅਤਾ ਨੂੰ ਹੜੱਪਾ ਸੱਭਿਅਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਜਦੋਂ ਆਜ਼ਾਦ ਹੋ ਰਹੇ ਸੀ ਤਾਂ ਉਦੋਂ ਇਸ ਨਾਲ ਜੁੜੇ 40-50 ਨਗਰਾਂ ਦੀ ਖੋਜ ਹੋ ਚੁੱਕੀ ਸੀ। ਅੱਜ ਤੱਕ ਇਸ ਖੋਜ ਨੇ ਸਾਨੂੰ ਲਗਭਗ 1500 ਨਗਰਾਂ ਤੋਂ ਜਾਣੂ ਕਰਵਾਇਆ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨਗਰ ਭਾਰਤ ਵਿੱਚ ਪਾਏ ਗਏ ਹਨ। ਜੇ ਦੇਖਿਆ ਜਾਵੇ ਤਾਂ ਇਹ ਸੱਭਿਅਤਾ 13 ਲੱਖ ਵਰਗ ਕਿਲੋਮੀਟਰ ਤੋਂ ਵੀ ਵੱਧ ਖੇਤਰ ਵਿੱਚ ਫੈਲੀ ਹੋਈ ਸੀ। ਇਸ ਸੱਭਿਅਤਾ ਦੇ ਲੋਕਾਂ ਨੂੰ ਲਿਪੀ ਦਾ ਗਿਆਨ ਸੀ। ਚਿਤਰਾਤਮਕ ਅੱਖਰਾਂ ਦੇ ਸਹਾਰੇ ਇਹਨਾਂ ਨੇ ਆਪਣੇ ਵਿਚਾਰਾਂ ਨੂੰ ਲਿਪੀਬੰਦ ਕਰਨਾ ਸਿੱਖ ਲਿਆ ਸੀ। ਇਹਨਾਂ ਨੇ ਤਾਂਬੇ ਅਤੇ ਟੀਨ ਨੂੰ ਮਿਕਸਿਤ ਕਰਕੇ ਕਾਂਸੀ ਧਾਤੂ ਦੇ ਨਿਰਮਾਣ ਵਿੱਚ ਨਿਪੁੰਨਤਾ ਹਾਸਲ ਕਰ ਲਈ ਸੀ। ਇਹ ਲੋਕ ਮਾਪ ਤੋਲ ਕਰਨਾ ਜਾਣਦੇ ਸਨ।
ਇਹ ਲੋਕ ਮਿੱਟੀ ਦੇ ਬਰਤਨ, ਔਜ਼ਾਰ ਅਤੇ ਖਿਡੌਣੇ ਬਣਾਉਣ ਵਿੱਚ ਅਵਗੁਣ ਸਨ। ਇਹਨਾਂ ਲੋਕਾਂ ਨੂੰ ਗਣਿਤ ਦਾ ਗਿਆਨ ਵੀ ਜ਼ਰੂਰ ਹੋਵੇਗਾ, ਤਾਂ ਹੀ ਇਹਨਾਂ ਨੇ ਰਚਨਾਬੱਧ ਅਤੇ ਵਿਸ਼ਾਲ ਮਹਿਲ ਬਣਵਾਏ ਸਨ। ਲਗਭਗ ਸਾਰੀਆਂ ਜਗ੍ਹਾਵਾਂ ਤੋਂ ਮਿਲੀਆਂ ਇੱਟਾਂ ਇੱਕੋ ਜਿਹੀਆਂ ਸਨ, ਜਿਵੇਂ ਉਹਨਾਂ ਨੂੰ ਇੱਕੋ ਥਾਂ ਉੱਤੇ ਬਣਾਇਆ ਗਿਆ ਹੋਵੇ। ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਮਿਲਿਆ ਮੋਹਨਜੋਦੜੋ ਨਗਰ ਇਸ ਸੱਭਿਅਤਾ ਦਾ ਸਭ ਤੋਂ ਅਹਿਮ ਕੇਂਦਰ ਹੈ। ਇਸ ਲਈ ਇਸ ਨੂੰ ਹੜੱਪਾ ਸੱਭਿਅਤਾ ਦੀ ਰਾਜਧਾਨੀ ਦੇ ਰੂਪ ਵਿੱਚ ਵੀ ਦੇਖਿਆ ਜਾਂਦਾ ਹੈ। ਇਹ ਆਪਣੇ ਆਪ ਵਿੱਚ ਹੀ ਇੱਕ ਅਦਭੁਤ ਨਗਰ ਸੀ। ਭਾਰਤ ਦੇ ਹਰਿਆਣਾ ਰਾਜ ਵਿੱਚ ਖੋਜਿਆ ਗਿਆ ਰਾਖੀਗੜ੍ਹੀ ਨਗਰ ਭਾਰਤ ਵਿੱਚ ਖੋਜਿਆ ਗਿਆ ਸਭ ਤੋਂ ਵੱਡਾ ਨਗਰ ਹੈ। ਭਾਰਤ ਦੇ ਗੁਜਰਾਤ ਰਾਜ ਵਿੱਚ ਸਭ ਤੋਂ ਵੱਧ ਨਗਰਾਂ ਦੀ ਖੋਜ ਹੋਈ ਹੈ। ਇੱਥੋਂ ਦੀ ਲੋਥਲ ਨਗਰੀ ਬੰਦਰਗਾਹ ਦੇ ਰੂਪ ਵਿੱਚ ਪ੍ਰਸਿੱਧ ਹੈ। ਇਹ ਸਾਰੇ ਨਗਰ ਵਿਸ਼ੇਸ਼ਕਾਰ ਦੋ ਹਿੱਸਿਆਂ ਵਿੱਚ ਵੰਡੇ ਨਜ਼ਰ ਆਉਂਦੇ ਹਨ, ਜਿਸ ਵਿੱਚ ਉੱਪਰੀ ਹਿੱਸਾ ਪੱਛਮੀ ਟਿੱਲੇ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਜੋ ਕਿ ਸਮਾਜ ਦੇ ਧਨੀ, ਅਮੀਰ ਅਤੇ ਪੁਰੋਹਿਤਾਂ ਦੇ ਰਹਿਣ ਦੀ ਜਗ੍ਹਾ ਹੋ ਸਕਦੀ ਹੈ। ਦੂਸਰਾ ਹਿੱਸਾ ਪੂਰਬੀ ਟਿੱਲਾ, ਜਿਸ ਵਿੱਚ ਕਿਸਾਨ, ਮਜ਼ਦੂਰ ਆਦਿ ਰਹਿਣ ਦੀ ਜਗ੍ਹਾ ਪਾਈ ਗਈ ਹੈ। ਉੱਪਰੀ ਹਿੱਸੇ ਵਿੱਚ ਜ਼ਿਆਦਾਤਰ ਵੱਡੇ ਅਤੇ ਪੱਕੇ ਭਵਨ ਪਾਏ ਗਏ ਹਨ ਅਤੇ ਇਸ ਦੀ ਤੁਲਨਾ ਵਿੱਚ ਨਿਚਲੇ ਹਿੱਸੇ ਵਿੱਚ ਕੱਚੇ ਅਤੇ ਛੋਟੇ ਮਕਾਨ ਬਣਾਏ ਗਏ ਹਨ, ਜੋ ਤੱਟਬੰਦੀ ਨਾਲ ਸੁਰੱਖਿਅਤ ਵੀ ਨਹੀਂ ਹਨ। ਹੜੱਪਾ ਸੱਭਿਅਤਾ ਦੇ ਨਗਰੀ ਰਸਤੇ ਵਿਸ਼ੇਸ਼ ਰੂਪ ਤੋਂ ਪ੍ਰਸ਼ੰਸਾ ਦੇ ਲਾਇਕ ਹਨ, ਕਿਉਂਕਿ ਇਹ ਨਿਯੋਜਨਬੱਧ ਤਰੀਕਿਆਂ ਨਾਲ ਇੱਕ ਦੂਜੇ ਨਾਲ ਸਮਕੋਣ ਵਿੱਚ ਕੱਟਦੇ ਹਨ। ਇਸ ਦਾ ਮੁੱਖ ਰਸਤਾ 10 ਮੀਟਰ ਤੱਕ ਚੌੜਾ ਪਾਇਆ ਗਿਆ ਹੈ ਅਤੇ ਉਸ ਨੂੰ ਮਿਲਣ ਵਾਲੇ ਹੋਰ ਰਸਤੇ 3 ਤੋਂ 4 ਮੀਟਰ ਤੱਕ ਚੌੜੇ ਪਾਏ ਗਏ ਹਨ। ਹੜੱਪਾ ਸੱਭਿਅਤਾ ਦੇ ਹਰ ਘਰ ਵਿੱਚ ਖੂਹ, ਸਵੱਛਤਾ ਅਤੇ ਜਲ ਨਿਕਾਸੀ ਲਈ ਨਾਲੀਆਂ ਮਿਲੀਆਂ ਹਨ, ਜੋ ਮੁੱਖ ਨਾਲੀ ਨਾਲ ਜੁੜ ਕੇ ਖਰਾਬ ਪਾਣੀ ਨੂੰ ਸ਼ਹਿਰ ਤੋਂ ਬਾਹਰ ਲੈ ਕੇ ਜਾਂਦੀਆਂ ਸਨ। ਇਹ ਸਾਰੀਆਂ ਨਾਲੀਆਂ ਉੱਪਰ ਤੋਂ ਢੱਕੀਆਂ ਹੋਈਆਂ ਸਨ। ਗੁਜਰਾਤ ਦੇ ਧੌਲਾਵੀਰਾ ਨਾਮ ਦੇ ਨਗਰ ਵਿੱਚ ਲੱਕੜੀ ਦੀਆਂ ਬਿਹਤਰੀਨ ਨਾਲੀਆਂ ਪਾਈਆਂ ਗਈਆਂ ਹਨ। ਇਹ ਸੱਭਿਅਤਾ ਵਿਸ਼ੇਸ਼ ਕਰਕੇ ਆਪਣੇ ਇਸ਼ਨਾਨ ਘਰ, ਵਿਸ਼ਾਲ ਅੰਨ ਭੰਡਾਰ ਅਤੇ ਗੋਦਾਮਾਂ ਲਈ ਪ੍ਰਸ਼ੰਸਨਿਕ ਮੰਨੀ ਜਾਂਦੀ ਹੈ। ਇਹਨਾਂ ਦੇ ਖਾਣ ਪੀਣ ਵਿੱਚ ਗੇਹੂੰ, ਤਰਬੂਜ਼, ਖਰਬੂਜਾ, ਖਜੂਰ, ਰਾਈ, ਸਰੋਂ, ਤਿਲ ਅਤੇ ਚਾਵਲ ਆਦਿ ਸੀ। ਸੱਜਣ ਸੰਵਰਨ ਲਈ ਇਹ ਲੋਕ ਸੋਨਾ, ਚਾਂਦੀ, ਹਾਥੀ ਦੇ ਦੰਦ, ਸ਼ੰਖ, ਸਿੱਪੀਆਂ ਅਤੇ ਮਣਕੇ ਤੋਂ ਬਣੇ ਗਹਿਣਿਆਂ ਦੀ ਵਰਤੋਂ ਕਰਦੇ ਸੀ। ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਹੜੱਪਾ ਸੱਭਿਅਤਾ ਦੀਆਂ ਸੀਲਾਂ।
ਹੜੱਪਾ ਸੱਭਿਅਤਾ ਦੇ ਖਿਡੌਣੇ ਅਤੇ ਮੂਰਤੀਆਂ। ਇਹਨਾਂ ਦੇ ਕੱਪੜੇ ਸੂਤੀ, ਊਨੀ ਅਤੇ ਕਢਾਈਦਾਰ ਪਾਏ ਗਏ ਹਨ। ਹੜੱਪਾ ਸੱਭਿਅਤਾ ਦੀ ਅੱਜ ਤੱਕ ਦੀ ਖੁਦਾਈ ਵਿੱਚ ਕਿਤੇ ਵੀ ਅਸਤਰ ਸ਼ਸਤਰ ਨਾਲ ਜੁੜੀ ਸਮੱਗਰੀ ਨਹੀਂ ਮਿਲੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸੱਭਿਅਤਾ ਸ਼ਾਂਤੀ ਨਾਲ ਰਹਿਣ ਵਾਲੀ ਸੱਭਿਅਤਾ ਸੀ, ਜੋ ਕਿ ਵਪਾਰ ਅਤੇ ਵਿਕਾਸ ਵਿੱਚ ਵਿਸ਼ਵਾਸ ਰੱਖਦੀ ਸੀ। ਇਤਿਹਾਸਕਾਰਾਂ ਲਈ ਇਹਨਾਂ ਦੀ ਲਿਖੀ ਲਿਪੀ ਨੂੰ ਪੜ੍ਹਨਾ ਸੰਭਵ ਨਹੀਂ ਹੋ ਸਕਿਆ, ਪਰ ਜਦੋਂ ਇਸ ਲਿਪੀ ਨੂੰ ਪੜ੍ਹਿਆ ਜਾਵੇਗਾ ਤਾਂ ਇਸ ਸੱਭਿਅਤਾ ਨਾਲ ਜੁੜੇ ਬਹੁਤ ਸਾਰੇ ਰਾਜ਼ ਸਾਨੂੰ ਪਤਾ ਲੱਗਣਗੇ।